ਇਹ ਨਾ ਸਮਝਿਓ ਕਿ ਕਿਸਾਨ ਨੂੰ ਸਿਰਫ ਮਿੱਟੀ ਦੇ ਵਿੱਚ ਮਿੱਟੀ ਹੋਣਾ ਹੀ ਆਉਂਦਾ ਹੈ। ਅੱਜ ਕੱਲ੍ਹ ਦਾ ਕਿਸਾਨ ਪੜ੍ਹਿਆ ਲਿਖਿਆ ਹੈ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਫਿਲਹਾਲ ਅਸੀਂ ਮੌਜੂਦ ਹਾਂ ਸ਼ੰਭੂ ਬੈਰੀਅਰ ਤੇ, ਜਿੱਥੇ ਨੌਜਵਾਨ ਤੇ ਕਿਸਾਨ ਭਾਰੀ ਇਕੱਠ ਕਰਕੇ ਬੈਠੇ ਨੇ ਆਰਡੀਨੈਂਸ ਦੇ ਖਿਲਾਫ ਦੇ ਵਿੱਚ। ਸਾਡੇ ਨਾਲ ਇੱਕ ਨੌਜਵਾਨ ਸਾਡਾ ਵੀਰ ਮੌਜੂਦ ਹੈ ਜੋ ਦੱਸੇਗਾ ਕਿ ਆਖਰ ਟੈਕਨੀਕਲੀ ਕਿਵੇਂ ਇਹ ਆਰਡੀਨੈਂਸ ਗਲਤ ਨੇ। ਤੇ ਤੁਹਾਨੂੰ ਇਹ ਵੀ ਦੱਸੀਏ ਕਿ ਕਿਸਾਨਾਂ ਦੇ ਪੁੱਤ ਨੇ ਜੋ ਅੱਜ ਤੁਹਾਨੂੰ ਪੜ੍ਹਿਆਂ ਲਿਖਿਆਂ ਨੂੰ ਵੀ ਮਾਤ ਪਾਉਣਗੇ। ਭਾਜੀ ਥੋੜਾ ਜਿਹਾ ਟੈਕਨੀਕਲੀ ਦੱਸੋ ਇਸ ਆਰਡੀਨੈਂਸ ਬਾਰੇ, ਜਾਂ ਕਿਵੇਂ ਇੱਕ ਕਿਸਾਨ ਵੀ ਦੇਖ ਰਹੇ ਨੇ ਕਿ ਇਹ ਗਲਤ ਹੈ। ਬਿਲਕੁਲ ਭਾਜੀ, ਦੇਖੋ ਕੋਈ ਵੀ ਬਿੱਲ ਆਉਂਦੇ ਆ ਨਾ ਤੇ ਆਪਣੇ ਦੋ ਹਾਊਸ ਹੈ, ਇੱਕ ਲੋਅਰ ਹਾਊਸ ਹੈ ਤੇ ਇੱਕ ਅੱਪਰ ਹਾਊਸ ਹੈ। ਲੋਅਰ ਹਾਊਸ ਦੇ ਵਿੱਚ ਸੈਂਟਰ ਗੌਰਮੈਂਟ ਕੋਲ ਪੂਰੀ ਮੈਜੋਰਟੀ ਹੈਗੀ ਹੈ, ਬਟ ਅੱਪਰ ਹਾਊਸ ਜਿਹਨੂੰ ਆਪਾਂ ਰਾਜ ਸਭਾ ਕਹਿ ਦਿੰਦੇ ਆ, ਉੱਥੇ ਇਸ ਗੌਰਮੈਂਟ ਕੋਲ, ਸੈਂਟਰ ਦੀ ਗੌਰਮੈਂਟ ਹੈ ਜਿਹੜੀ, ਇਹਦੇ ਕੋਲ ਫੁੱਲ ਮੈਜੋਰਟੀ ਨਹੀਂ ਹੈ। ਫਸਟ ਆਫ ਆਲ ਜਿਹੜਾ ਇਹ ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋਇਆ ਹੈ, ਇਹ ਟੋਟਲੀ ਅਨਕਨਸਟੀਟਿਊਸ਼ਨਲ ਹੈ, ਅਵਿਸੰਵਿਧਾਨਿਕ ਹੈ ਜਿਹਨੂੰ ਕਹਿੰਦੇ ਆ। ਰੀਜ਼ਨ ਕੀ ਹੈ? ਕਿਉਂਕਿ ਉੱਥੇ ਜਦੋਂ ਉੱਥੇ ਦੇ ਐਮਪੀ ਜਿਹੜੇ ਕਿ ਮਤਲਬ ਲੋਕ ਸਭਾ ਦੁਆਰਾ ਚੁਣ ਕੇ ਜਾਂਦੇ ਆ ਰਾਜ ਸਭਾ ਦੇ ਵਿੱਚ, ਔਰ ਲੋਕ ਸਭਾ ਦੇ ਜਿਹੜੇ ਐਮਪੀਜ਼ ਹੈਗੇ ਆ ਉਹਨੂੰ ਅਸੀਂ ਸਾਡੇ ਵਰਗੇ ਆਮ ਇਨਸਾਨ, ਤੁਹਾਡੇ ਵਰਗੇ ਆਮ ਇਨਸਾਨ, ਹਿੰਦੁਸਤਾਨ ਦੇ ਲੋਕ ਚੁਣਦੇ ਆ। ਠੀਕ ਹੈ ਜੀ। ਉੱਥੇ ਦੇ ਰਾਜ ਸਭਾ ਦੇ ਐਮਪੀ ਜਿਹੜੇ ਹੈਗੇ ਆ, ਵਿਪਕਸ਼ ਉਹ ਕਹਿ ਰਿਹਾ ਕਿ ਤੁਸੀਂ ਵੋਟਿੰਗ ਕਰਾਓ, ਲੇਕਿਨ ਜਿਹੜੇ ਸਾਡੇ ਹਰਸ਼ਵਰਧਨ ਨਾਰਾਇਣ ਹੈਗੇ ਆ, ਉਹਨਾਂ ਨੇ ਕੋਈ ਵੋਟਿੰਗ ਨਹੀਂ ਕਰਵਾਈ। ਉਹ ਕਹਿੰਦੇ ਜੀ ਧੁਨੀ ਮਤ ਦੇ ਉੱਤੇ ਅਸੀਂ ਇਹ ਬਿੱਲ ਪਾਸ ਕਰ ਦਿੱਤਾ। ਫਸਟ ਆਫ ਆਲ ਇਹ ਚੀਜ਼ ਗਲਤ ਹੈ, ਇਹ ਅਨਕਨਸਟੀਟਿਊਸ਼ਨਲ ਹੈ। ਦੂਜਾ, ਲੋਕ ਕਹਿ ਰਹੇ ਜੀ ਲੋਕਾਂ ਨੂੰ ਪਤਾ ਨਹੀਂ ਹੈਗਾ, ਕਿਸਾਨਾਂ ਨੂੰ ਪਤਾ ਨਹੀਂ ਹੈ। ਸਾਨੂੰ ਸਭ ਪਤਾ ਹੈ। ਸਾਨੂੰ ਉਹ ਕਹਿ ਰਹੇ ਜੀ, ਅਸੀਂ ਕਹਿ ਰਹੇ ਹਾਂ ਕਿ ਤੁਸੀਂ ਪਹਿਲੀ ਗੱਲ ਇਹ ਬਿੱਲ ਜਿੰਨੇ ਵੀ ਇਹਨਾਂ ਨੂੰ ਕੈਂਸਲ ਕਰੋ। ਜੇ ਤੁਸੀਂ ਕੈਂਸਲ ਨਹੀਂ ਕਰਨਾ ਚਾਹੁੰਦੇ ਤਾਂ ਇਸ ਦੇ ਵਿੱਚ ਅਮੈਂਡਮੈਂਟ ਕਰੋ। ਅਮੈਂਡਮੈਂਟ ਕਿੱਦਾਂ ਹੋਏਗੀ? ਐਮਐਸਪੀ ਦੀ। ਐਮਐਸਪੀ ਜਿਹੜੀ ਸਾਨੂੰ ਗਵਰਨਮੈਂਟ ਦੇ ਰਹੀ ਹੈ, ਉਹ ਸਿਰਫ ਸਾਨੂੰ ਦੋ ਮਤਲਬ ਜਿਹੜਾ ਸਵਾਮੀਨਾਥਨ ਫਾਰਮੂਲਾ ਹੈਗਾ, ਸਾਨੂੰ ਉਸ ਦੇ ਅਕੋਰਡਿੰਗਲੀ ਚਾਹੀਦਾ ਹੈ। ਉਹ ਫਾਰਮੂਲਾ ਕੀ ਕਹਿੰਦਾ ਹੈ? A2 + FL + C2। ਲੇਕਿਨ ਜਿਹੜਾ ਹੁਣ ਸਾਨੂੰ ਕਰੰਟ ਮਿਲ ਰਿਹਾ ਉਹ A2 + FL ਮਿਲ ਰਿਹਾ। A2 + FL ਇਹ ਕੀ ਚੀਜ਼ਾਂ ਨੇ, ਉਹ ਵੀ ਜ਼ਰੂਰ ਦੱਸੋ। ਉਹੀ ਚੀਜ਼ਾਂ ਤੁਹਾਨੂੰ ਐਕਸਪਲੇਨ ਕਰਨ ਲੱਗਿਆ। A2 ਚੀਜ਼ ਕਿਆ ਹੁੰਦੀ ਹੈ? A2 ਦੇ ਵਿੱਚ ਜਿਹੜਾ ਕਿਸਾਨ ਹੈਗਾ, ਜਿੱਦਾਂ ਸਪੋਜ਼ ਉਹਨਾਂ ਨੇ ਆਪਣੀ ਖੇਤੀ ਦੇ ਲਈ ਕੋਈ ਪੈਸਟੀਸਾਈਡ ਯੂਜ਼ ਕਰਨੇ ਹੈਗੇ ਆ, ਜਾਂ ਕੋਈ ਵੀ ਕੀੜੇ ਮਾਰ ਦਵਾਈਆਂ ਹੋ ਗਈਆਂ, ਠੀਕ ਹੈ ਜੀ, ਉਸ ਦੀ ਕਾਸਟਿੰਗ ਹੋ ਗਈ। ਖੇਤੀ ਹੁੰਦੀ ਹੈ ਤਿੰਨ ਤਰੀਕੇ ਨਾਲ। ਮਸ਼ੀਨਰੀ, ਉਸ ਦੀ ਕਾਸਟਿੰਗ ਹੋ ਗਈ। ਅਗਰ ਤੁਸੀਂ ਜਾਨਵਰਾਂ ਦੇ ਥਰੂ ਕਰਦੇ ਹੋ, ਬਲਦ ਹੋ ਗਏ ਜਾਂ ਹੋਰ ਜਿਹੜੇ ਵੀ ਹੈਗੇ ਆ ਉਹਨਾਂ ਦੇ ਥਰੂ ਕਰਦੇ ਹੋ, ਤਾਂ ਉਹਨਾਂ ਦੀ ਕਾਸਟਿੰਗ ਹੋ ਗਈ। ਥਰਡ ਥਿੰਗ ਜਿਹੜਾ ਆਪਣਾ ਹਿਊਮਨ ਲੇਬਰ ਹੈਗੀ ਹੈ, ਠੀਕ ਹੈ ਜੀ, ਜਿਹੜੇ ਸਾਡੇ ਕੋਲ ਯੂਪੀ ਤੋਂ ਵੀ ਸਾਡੇ ਭਰਾ ਆਉਂਦੇ ਆ, ਬਿਹਾਰ ਤੋਂ ਵੀ ਆਉਂਦੇ ਆ, ਇੱਥੇ ਪੰਜਾਬ 'ਚ ਆ ਕੇ ਕਰਦੇ ਆ, ਔਰ ਪੰਜਾਬ ਦੇ ਵੀ ਖੁਦ ਵੀ ਆਪ ਵੀ ਜਿਹੜੇ ਖੇਤੀ ਕਰਦੇ ਹੈਗੇ ਆ, ਉਹਨਾਂ ਦੀ ਕਾਸਟਿੰਗ ਹੋ ਗਈ। ਇਹ ਆ ਜਾਂਦਾ A2 ਦੇ ਵਿੱਚ। ਠੀਕ ਹੈ ਜੀ। FL + FL ਕੀ ਹੈ? ਫੈਮਿਲੀ ਲੇਬਰ। ਫੈਮਿਲੀ ਲੇਬਰ ਦੇ ਵਿੱਚ ਕੀ ਹੈ? ਜੇ ਮੈਂ ਕਿਸਾਨ ਹਾਂ ਤਾਂ ਓਬਵੀਅਸਲੀ ਮੈਂ ਆਪਣੇ ਕਿਸਾਨ ਹਾਂ ਤਾਂ ਮੈਂ ਆਪਣੇ ਖੇਤ ਦੇ ਵਿੱਚ ਵੀ ਕਰਾਂਗਾ ਹੀ, ਕੰਮ ਕਰਾਂਗਾ, ਤਾਂ ਉਹ ਵੀ ਉਹ ਮੈਨੂੰ ਐਜ਼ ਇਨ ਗਵਰਨਮੈਂਟ FL ਮੀਨਸ ਫੈਮਿਲੀ ਲੇਬਰ ਦੇ ਵਿੱਚ ਕਾਊਂਟ ਕਰਦੀ ਹੈ, ਉਸ ਦੀ ਵੀ ਕਾਸਟਿੰਗ ਆ ਗਈ। ਥਰਡ ਥਿੰਗ ਕੀ ਆ ਜਾਂਦੀ ਹੈ? C2। C2 ਦੇ ਵਿੱਚ ਕੀ ਹੈ ਕਿ ਜਿੱਦਾਂ ਅਸੀਂ ਕਿਸਾਨ ਖੇਤੀ ਕਰਦੇ ਹਾਂ, ਕੋਈ ਲੀਜ਼ 'ਤੇ ਲੈਂਦਾ, ਕੋਈ ਵਟਾਈ 'ਤੇ ਲੈਂਦਾ, ਜਾਂ ਕਿਸੇ ਕਿਸਾਨ ਵੀਰ ਕੋਲ ਆਪਣੀ ਜਿਹੜੀ ਜ਼ਮੀਨ ਹੈਗੀ ਹੈ, ਅਤੇ ਸਵਾਮੀਨਾਥਨ ਰਿਪੋਰਟ ਕਹਿੰਦੀ ਹੈ ਅਗਰ ਤੁਹਾਡੀ ਖੁਦ ਦੀ ਵੀ ਜ਼ਮੀਨ ਹੈਗੀ ਆ, ਉਸ ਨੂੰ ਮੇਨਟੇਨ ਕਰਨ ਲਈ, ਉਪਜਾਊ ਸ਼ਕਤੀ ਉਸ ਦੀ ਬਣਾ ਕੇ ਰੱਖਣ ਲਈ ਜੋ ਵੀ ਉਹਦੀ ਕਾਸਟਿੰਗ ਹੁੰਦੀ ਹੈ, ਠੀਕ ਹੈ ਜੀ, ਉਹ ਵੀ ਅਸੀਂ ਤੁਹਾਨੂੰ ਦੇਵਾਂਗੇ। ਇਹ ਸਵਾਮੀਨਾਥਨ ਰਿਪੋਰਟ ਹੈ। ਇਹ MSP ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈਗਾ ਸਾਨੂੰ ਗਾਰੰਟਡ, ਇਹ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ। ਸੈਕਿੰਡ ਥਿੰਗ, ਦੂਜੀ ਚੀਜ਼ ਕੀ ਹੈਗੀ ਹੈ ਇਸ ਦੇ ਵਿੱਚ? ਹੁਣ ਸਾਡੇ ਫਾਈਨਾਂਸ ਮਿਨਿਸਟਰ ਨੇ ਬਿੱਲ ਪੇਸ਼ ਕੀਤੇ ਹੈ, ਠੀਕ ਹੈ ਜੀ। ਦੋ ਤਰੀਕੇ ਨਾਲ ਟੈਕਸ ਹੁੰਦਾ। ਪਹਿਲਾਂ ਤਾਂ ਇੱਕ ਸਿੰਪਲ ਫਾਰਮੂਲਾ ਸੀਗਾ 250 ਦੇ ਉੱਤੇ ਤੁਸੀਂ ਅਗਰ ਜਾਂਦੇ ਸੀਗੇ ਤਾਂ ਉਸ ਤੋਂ ਬਾਅਦ ਤੁਸੀਂ ਟੈਕਸ ਭਰ ਦਿਓ ATC ਦੇ ਵਿੱਚ, ਠੀਕ ਹੈ। ਲੇਕਿਨ ਉਹਨਾਂ ਨੇ ਅੱਪਰ ਹਾਊਸ ਦੇ ਵਿੱਚ ਇੱਕ ਹੋਰ ਬਿੱਲ ਜਿਹੜਾ ਸੀਗਾ, ਇੱਕ ਸਲੈਬ ਬਣਾਤੀ, 6 ਲੱਖ ਤੱਕ ਐਗਜ਼ੈਂਪਟ ਹੈ, ਤੁਹਾਨੂੰ ATC ATD ਦੇ ਵਿੱਚ ਕਰਨ ਦੀ ਲੋੜ ਨਹੀਂ ਹੈ। ਇੱਧਰ ਵੀ ਇੱਦਾਂ ਕਰ ਦਿਓ। MSP ਵੀ ਸਾਨੂੰ ਗਾਰੰਟਡ ਦਿਓ ਤੁਸੀਂ, ਠੀਕ ਹੈ ਜੀ। ਅਗਰ ਅਸੀਂ ਮੰਡੀਆਂ ਦੇ ਵਿੱਚ ਆਪਣੀ ਫਸਲ ਛੱਟਣਾ ਚਾਹੁੰਦੇ ਹੋ, ਸਾਨੂੰ ਅਸੀਂ ਮੰਡੀਆਂ ਛੱਟਾਂਗੇ। ਅਗਰ ਸਾਡੇ ਤੋਂ ਕੋਈ ਬਾਹਰਲਾ ਪਲੇਅਰ ਆ ਕੇ ਲੈਣਾ ਚਾਹੁੰਦਾ ਹੈਗਾ, ਸਾਨੂੰ MSP ਦੀ ਗਾਰੰਟੀ ਚਾਹੀਦੀ ਹੈਗੀ, MSP ਮਿਲਣੀ ਚਾਹੀਦੀ ਹੈ ਸਵਾਮੀਨਾਥਨ ਫਾਰਮੂਲੇ ਦੇ ਅਕੋਰਡਿੰਗਲੀ, ਠੀਕ ਹੈ। ਅਗਰ ਤੁਸੀਂ ਉਹ ਸਵਾਮੀਨਾਥਨ ਨਹੀਂ ਕਰਨਾ, ਫਿਰ ਇਨਫਲੇਸ਼ਨ ਦੇ ਅਕੋਰਡਿੰਗਲੀ ਕਰ ਲਓ। ਅਗਰ ਇਨਫਲੇਸ਼ਨ 10% ਹੈ ਜਾਂ 7% ਹੈ, ਵਾਟਐਵਰ ਜੋ ਵੀ ਹੈਗੀ ਹੈ, ਜਿਸ ਤਰੀਕੇ ਨਾਲ ਸਾਡੀ ਮਹਿੰਗਾਈ ਦਰ ਵੱਧ ਰਹੀ ਹੈ, ਓਬਵੀਅਸਲੀ ਅਗਰ ਅੱਜ ਕਰੇਅ ਦੀ ਬੋਰੀ ਜਿਹੜੀ 100 ਰੁਪਏ ਦੀ ਹੈ, ਆਉਣ ਵਾਲੇ 2 ਸਾਲ 4 ਸਾਲ ਦੇ ਵਿੱਚ ਉਹ ਸਾਨੂੰ 150 ਦੀ ਜਾਂ 200 ਦੀ ਪਏਗੀ। ਸਾਨੂੰ ਇਨਫਲੇਸ਼ਨ ਬੀਟ ਕਰ ਦਿਓ ਤੁਸੀਂ, ਠੀਕ ਹੈ ਜੀ। ਅਗਰ ਇਨਫਲੇਸ਼ਨ 10% ਹੈ ਤਾਂ ਸਾਨੂੰ 5% ਜਾਂ 12% ਜਾਂ 13% ਦੇ ਉੱਤੇ MSP ਨੂੰ ਜਿਹੜਾ ਹੈਗਾ ਉਹ ਕਰੋ, ਠੀਕ ਹੈ ਜੀ। ਐਂਡ ਥਰਡ ਥਿੰਗ, ਦੇਖੋ ਇਸ ਦੇ ਵਿੱਚ ਗਵਰਨਮੈਂਟ ਦੀ ਕਿਧਰੇ ਵੀ ਕੋਈ ਵੀ ਜਿਹੜੀ ਹੈਗੀ ਅਕਾਊਂਟੇਬਿਲਟੀ, ਕ੍ਰੈਡੀਬਿਲਟੀ ਕੁਛ ਨਹੀਂ ਹੈਗੀ। ਉਸ ਦੇ ਲਈ ਅਸੀਂ ਕੀ ਚਾਹੁੰਦੇ ਹੈਗੇ ਆ ਕਿ ਇਹ ਜਿਹੜਾ ਹੈਗਾ ਡਾਇਰੈਕਟ ਇੱਕ ਕਮੇਟੀ ਬਣਾਈ ਜਾਵੇ, ਘੱਟੋ ਘੱਟ 11 ਤੋਂ 13 ਮੈਂਬਰਸ ਦੀ, ਜਿਹੜੀ ਕਿ ਡਾਇਰੈਕਟਲੀ ਸੁਪਰੀਮ ਕੋਰਟ ਦੇ ਅੰਡਰ ਹੋਵੇ। ਉਹਦੇ ਵਿੱਚ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਿਹੜੇ ਕਿ ਕਿਸੇ ਵੀ ਕਨਸਟੀਟਿਊਸ਼ਨਲ
ਉਹਦੇ ਉੱਤੇ ਨਾ ਹੋਣ, ਪਦ ਦੇ ਉੱਤੇ ਨਾ ਹੋਣ, ਤੇ ਪਲੱਸ ਉਹਦੇ ਵਿੱਚ 4 ਤੋਂ 5 ਜਿਹੜੇ ਸਾਡੇ ਮਤਲਬ ਕੋਈ ਵੀ ਕਿਸਾਨ ਯੂਨੀਅਨ ਦੇ ਜਿਹੜੇ ਅਲੱਗ-ਅਲੱਗ ਸਟੇਟਸ ਦੇ 4 ਤੋਂ 5 ਬੰਦੇ ਉਹ ਹੋਣ, ਪਲੱਸ 3 ਜਾਂ 4 ਕ੍ਰਿਸ਼ੀ ਵਿਗਿਆਨਿਕ ਜਿਹੜੇ ਕਿ ਮਤਲਬ ਚੰਗੇ ਪੜ੍ਹੇ ਲਿਖੇ PhD ਕੀਤੀ ਹੋਣ, ਵਧੀਆ ਐਜੂਕੇਟਡ ਬੰਦੇ ਹੋਣ, ਉਹ ਹੋਣ, ਪਲੱਸ ਇਕਨੋਮਿਸਟ ਹੋਵੇ ਉਸ ਦੇ ਵਿੱਚ। ਤੇ ਉਸ ਦੇ ਵਿੱਚ ਜਿਹੜੇ ਸਾਡੇ ਤੋਮਰ ਜੀ ਹੈਗੇ ਆ, ਨਰਿੰਦਰ ਸਿੰਘ ਤੋਮਰ, ਜਿਹੜੇ ਕਿ ਐਗਰੀਕਲਚਰ ਮਿਨਿਸਟਰ ਹੈ, ਉਹਨਾਂ ਦੀ ਡਾਇਰੈਕਟਲੀ ਜਵਾਬਦੇਹੀ ਉੱਥੇ ਹੋਵੇ। ਕੋਈ ਵੀ ਅਗਰ ਤੁਸੀਂ ਬਿੱਲ ਪੇਸ਼ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ ਤਾਂ ਉਹਦੀ ਪੂਰੀ ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈ। ਇਹ ਤਾਂ ਬਿਲਕੁਲ ਹੀ ਕਾਲਾ ਕਾਨੂੰਨ ਹੈ ਜੀ, ਤੁਸੀਂ ਇਹ ਕਰ ਹੀ ਜਾ ਰਹੇ ਹੋ ਆਪਣੇ ਕੋਲ। ਇੱਦਾਂ ਤਾਂ ਮੈਂ ਕਹਿ ਦਿੰਦਾ ਜੀ ਕੋਈ ਗੱਲ ਨਹੀਂ, ਤੁਸੀਂ ਆ ਜਾਓ ਜੀ, ਮੇਰੇ ਤੋਂ ਲੈ ਲਓ 5 ਲੱਖ ਰੁਪਈਆ, ਕੋਈ ਗੱਲ ਬਣਦੀ ਆ ਉਹ? ਸਾਨੂੰ ਰਿਟਨ ਦੇ ਵਿੱਚ ਚਾਹੀਦਾ। ਇਹ ਜਿਹੜਾ ਪੂਰਾ ਹੈ ਨਾ ਇੱਕ ਕਨਸਟੀਟਿਊਸ਼ਨ ਦੇ ਥਰੂ ਚੱਲਦਾ ਹੈ, ਠੀਕ ਹੈ ਜੀ। ਅਗਰ ਤੁਸੀਂ ਉੱਥੇ ਤੁਸੀਂ ਲੋਅਰ ਹਾਊਸ ਜਾਂ ਅਪਰ ਹਾਊਸ ਦੇ ਵਿੱਚ ਬਿੱਲ ਪਾਸ ਕੀਤਾ ਤਾਂ ਫਿਰ ਉਸੇ ਦੇ ਵਿੱਚ ਅਮੈਂਡਮੈਂਟ ਵੀ ਉੱਥੇ ਹੀ ਹੋਣਗੀਆਂ, ਤੁਹਾਡੇ ਮੂੰਹ ਨਾਲ ਕਰਨ ਵਾਲੇ ਗੱਲਾਂ ਨਹੀਂ ਹੋਣਗੀਆਂ। ਤੁਹਾਨੂੰ ਲੱਗਦਾ ਕਿ ਹੁਣ ਸਾਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਬਾਰ-ਬਾਰ ਅਸੀਂ ਕਿਉਂ ਕਹਿੰਦੇ ਹਾਂ ਕਿ ਪੜ੍ਹੇ ਲਿਖੇ ਲੋਕਾਂ ਨੂੰ ਭੇਜੋ ਤੁਸੀਂ ਚੁਣ ਕੇ? ਬਿਲਕੁਲ ਬਿਲਕੁਲ, ਉਹ ਤਾਂ ਹੈ ਹੀ ਹੈ। ਐਂਡ ਸੈਕਿੰਡ ਥਿੰਗ ਦੇਖੋ, ਜਿਹੜੀ ਅਸੀਂ ਉਹਦੀ ਗੱਲ ਕਰ ਰਹੇ ਹਾਂ ਕਿ ਮੰਡੀਆਂ ਵਿੱਚ ਸੱਟਣਾ ਇਹ ਹੈ ਉਹ ਹੈ, ਹੁਣ ਇਸ ਦੇ ਵਿੱਚ ਵੀ ਸਰਕਾਰ ਦੀ ਇੱਕ ਗੇਮ ਹੈ, ਠੀਕ ਹੈ ਜੀ। ਹੁਣ ਅਸੀਂ ਮੰਡੀਆਂ ਦੇ ਵਿੱਚ ਸਿੱਟ ਰਹੇ ਹਾਂ, ਮੰਡੀ ਦੇ ਵਿੱਚ ਬੋਲੀ ਲੱਗਦੀ ਹੈ, ਇੱਕ MSP ਜਿਹੜੀ ਹੈਗੀ ਉਹਨਾਂ ਨੇ ਤੈਅ ਕੀਤੀ। ਇੱਕ ਇਹਨਾਂ ਨੇ ਹੁਣੇ ਮਜ਼ਾਕ ਕੀਤਾ ਜੀ, ਕਹਿੰਦੇ ਜੀ 50 ਰੁਪਏ MSP ਵਧਾ ਦਿੱਤੀ ਹੈ, 1925 ਰੁਪਏ ਦਾ ਸੀਗਾ ਜੀ 1975 ਰੁਪਏ ਕਰ ਦਿੱਤੀ ਹੈ ਇਹਨਾਂ ਨੇ। ਤੁਸੀਂ ਦੱਸੋ, ਇਨਫਲੇਸ਼ਨ ਅਸੀਂ ਘੱਟੋ ਘੱਟ ਨਹੀਂ ਤਾਂ 60 ਤੋਂ 65% ਤਾਂ ਡੀਜ਼ਲ ਦੇ ਉੱਤੇ ਟੈਕਸ ਦੇ ਰਹੇ ਹਾਂ ਇਹਨਾਂ ਨੂੰ, ਠੀਕ ਹੈ ਜੀ। ਤੇ ਤੁਸੀਂ ਮਜ਼ਾਕ ਕਰ ਰਹੇ ਹੋ 50 ਰੁਪਏ MSP, ਇਨਫਲੇਸ਼ਨ ਦੇ ਅਕੋਰਡਿੰਗਲੀ ਹੋਊਗੀ ਨਾ ਯਾਰ। ਅਗਰ ਤੁਸੀਂ ਇਹ ਅੱਜ ਇਹ ਮਾਈਕ ਦੀ ਕੀਮਤ ਅੱਜ ਦੇ ਦਿਨ ਅਗਰ ਇਹ 100 ਰੁਪਏ ਹੈ ਤਾਂ ਤੁਹਾਨੂੰ ਕੀ ਲੱਗਦਾ ਤੁਹਾਨੂੰ 15 ਦਿਨ ਬਾਅਦ ਇਹ 100 ਰੁਪਏ ਦਾ ਮਿਲੂਗਾ? ਠੀਕ ਹੈ ਨਾ। ਤੁਸੀਂ ਮਤਲਬ ਇੱਕ ਤਾਂ ਤੁਸੀਂ 3-4 ਸਾਲ ਬਾਅਦ ਵਧਾ ਰਹੇ ਹੋ, ਉਹ ਵੀ 50 ਰੁਪਏ, ਠੀਕ ਹੈ। ਸੈਕਿੰਡ ਥਿੰਗ, ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਕੀ ਹੈ, ਸਾਨੂੰ ਇਸ ਗੌਰਮੈਂਟ ਦੀ ਨੀਤ ਦੇ ਉੱਤੇ ਸ਼ੱਕ ਹੈ। ਉਹਦੇ ਵਿੱਚ ਕੀ ਹੈ, ਦੇਖੋ ਇੱਕ ਸਬਸਿਡੀ ਨਾਮ ਦੀ ਚੀਜ਼ ਹੈ, ਠੀਕ ਹੈ ਜੀ। ਦੂਜੀ ਚੀਜ਼ ਕੀ ਹੈ, ਜਿਹੜੇ ਪ੍ਰਾਈਵੇਟ ਪਲੇਸ ਦੀ ਗੱਲ ਕਰ ਰਹੇ ਆ ਉਹ ਬੈਂਕਾਂ ਤੋਂ ਲੋਨ ਚੱਕਣਗੇ, ਠੀਕ ਹੈ। ਇਹ ਸਾਡੀ ਫਸਲਾਂ ਖਰੀਦਣ ਲਈ ਉਹ ਬੈਂਕਾਂ ਤੋਂ ਲੋਨ ਚੱਕਣਗੇ, ਠੀਕ ਹੈ ਜੀ। ਬੈਂਕਾਂ ਵੀ ਇਹਨਾਂ ਦੀਆਂ ਹੀ ਹੈਗੀਆਂ, RBI ਗਵਰਨਮੈਂਟ ਦੇ ਅੰਡਰ ਹੀ ਕੰਮ ਕਰਦਾ ਹੈ। ਜਿਹੜੀ ਆਪਣਾ ਰਿਜ਼ਰਵ ਬੈਂਕ ਆਫ ਇੰਡੀਆ ਉਹ ਗਵਰਨਮੈਂਟ ਦੇ ਅੰਡਰ ਹੀ ਕੰਮ ਕਰਦਾ ਹੈ, ਠੀਕ ਹੈ ਜੀ। ਇਹ ਉਹਨਾਂ ਨੂੰ ਉਸ ਦੇ ਉੱਤੇ 40-40, 50-50% ਸਬਸਿਡੀ ਦੇਣਗੇ। ਸਾਡੇ ਪੈਸੇ ਬੈਂਕ ਤੋਂ ਚੱਕ ਕੇ ਸਾਡੀ ਫਸਲ ਖਰੀਦ ਕੇ 50% ਸਬਸਿਡੀ ਲੈ ਕੇ ਜਿਹੜੀ ਚੀਜ਼ ਅਸੀਂ ਅਗਰ 10 ਰੁਪਏ ਦੀ ਵੇਚ ਰਹੇ ਹਾਂ ਔਰ ਉਹੀ ਅਗਰ ਸਾਨੂੰ ਚੀਜ਼ਾਂ ਮੌਜ਼ ਦੇ ਵਿੱਚ ਜਾ ਕੇ 150 ਰੁਪਏ ਨੂੰ ਮਿਲਣਗੀਆਂ, ਤੇ ਮਤਲਬ ਇਹ ਕੀ ਕਰਨਾ ਚਾਹੁੰਦੀ ਹੈ ਇਹ ਗਵਰਨਮੈਂਟ? ਭਾਈ ਤੁਹਾਨੂੰ ਲੱਗਦਾ ਕਿ ਹੁਣ ਜਿਹੜੀ ਇੱਕ ਆਰਡੀਨੈਂਸ ਨੂੰ ਰੱਦ ਕਰਨ ਦੀ ਗੱਲ ਚੱਲ ਰਹੀ ਹੈ ਜਾਂ ਫਿਰ ਅਮੈਂਡ ਕੀਤਾ ਜਾਵੇ, ਜਿਹੜੀਆਂ ਚੀਜ਼ਾਂ ਕਿਸਾਨ ਕਹਿ ਰਹੇ ਨੇ ਉਹ ਐਡ ਕੀਤੀਆਂ ਜਾਣ, ਚਾਹੇ MSP ਹੈ, ਚਾਹੇ ਸਰਕਾਰੀ ਖਰੀਦ ਹੈ, ਜਾਂ ਫਿਰ ਕਿਸਾਨਾਂ ਨੂੰ ਕਾਨੂੰਨੀ ਲੜਾਈ ਲੜਨ ਦਾ ਹੱਕ ਜਿਹੜਾ ਹੈਗਾ ਉਹ ਮਿਲਣਾ ਚਾਹੀਦਾ ਹੈ। ਉਸ ਦੇ ਨਾਲ ਹੀ ਕਿਉਂ ਨਾ ਸਵਾਮੀਨਾਥਨ ਰਿਪੋਰਟ ਦੀ ਮੰਗ ਵੀ ਹੁਣ ਨਾਲ ਦੀ ਨਾਲ ਚਲਾਈ ਜਾਵੇ? ਬਿਲਕੁਲ ਸਰ, ਇਹ ਤਾਂ ਅੱਜ ਤੋਂ ਨਹੀਂ ਚੱਲ ਰਹੀ, ਸਵਾਮੀਨਾਥਨ ਰਿਪੋਰਟ ਤਾਂ ਬਹੁਤ ਦੇਰ ਤੋਂ ਚੱਲ ਰਹੀ ਹੈ। ਚੱਲਦਾ ਬਹੁਤ ਦੇਰ ਰਹੀ, ਲੇਕਿਨ ਹੁਣ ਸੰਘਰਸ਼ ਜਿੰਨਾ ਤੇਜ਼ ਹੋਇਆ ਹੈ ਮੇਰੇ ਖਿਆਲ ਦੇ ਵਿੱਚ, ਹੁਣ ਨਾਲ ਦੇ ਨਾਲ ਸਵਾਮੀਨਾਥਨ ਰਿਪੋਰਟ ਲਾਗੂ ਵੀ ਕਰਵਾ ਲੈਣੀ ਚਾਹੀਦੀ ਹੈ। ਸਰ ਅਸੀਂ ਤਾਂ ਕਹਿੰਦੇ ਆ ਕਿ ਲਾਗੂ ਕਰਨ, ਲੇਕਿਨ ਇਹ ਨਹੀਂ ਕਰ ਰਹੇ। ਦੇਖੋ ਅਗਰ ਇਹ ਗਵਰਨਮੈਂਟ ਸਾਡੀ ਨਹੀਂ ਮੰਨਣਗੇ ਨਾ ਤੇ ਇਸ ਦੇ ਕੌਨਸੀਕਿਊਸ਼ਨਸ ਬਹੁਤ ਜ਼ਿਆਦਾ ਹੋਣਗੇ। ਫਸਟ ਆਫ ਆਲ ਮੇਰੇ ਜਿੰਨੇ ਵੀ ਵਪਾਰੀ ਦੋਸਤ ਹੈਗੇ ਆ, ਮੈਂ ਉਹਨਾਂ ਨੂੰ ਅਪੀਲ ਕਰਾਂਗਾ ਆਪਣੀ ਸਾਰੀ GST ਨੰਬਰ ਸਰੈਂਡਰ ਕਰ ਦਿਓ। ਕਿਸੇ ਨੂੰ ਕੋਈ ਟੈਕਸ ਪੇ ਕਰਨ ਦੀ ਲੋੜ ਨਹੀਂ ਹੈ। ਜਿੰਨੇ ਲੋਕ ਹੈਗੇ ਆਪਣੀਆਂ ਗੱਡੀਆਂ, ਆਪਣੇ ਮੋਟਰਸਾਈਕਲ, ਆਪਣੇ ਸਾਰੇ ਜਾ ਕੇ ਆਪਣੇ ਪੈਟਰੋਲ ਪੰਪ ਦੇ ਉੱਤੇ ਖੜੇ ਕਰ ਦਿਓ ਕਿ ਜਦ ਤੱਕ ਇਹਨਾਂ ਦਾ ਟੈਕਸ ਨਹੀਂ ਘੱਟ ਕਰਨਗੇ ਇਹ ਡੀਜ਼ਲ ਜਾਂ ਪੈਟਰੋਲ ਦੇ ਉੱਤੇ ਅਸੀਂ ਨਹੀਂ ਚਲਾਵਾਂਗੇ। ਤੁਸੀਂ ਬੈਲਾਰੂਸ ਦੇਖੋ ਕੀ ਹੋ ਰਿਹਾ, ਠੀਕ ਹੈ ਜੀ। ਉੱਥੇ ਦੀ ਗਵਰਨਮੈਂਟ, ਉੱਥੇ ਦੇ ਪ੍ਰੈਜ਼ੀਡੈਂਟ ਨੇ ਕੀਤਾ ਸੀਗਾ ਕਿ ਵੀ ਇਹ ਚੀਜ਼ ਇੱਦਾਂ ਨਹੀਂ ਹੋਊਗੀ। ਪੂਰਾ ਦਾ ਪੂਰਾ ਬੈਲਾਰੂਸ ਜਿਹੜਾ ਹੈਗਾ ਰੋਡ ਦੇ ਉੱਤੇ ਹੈ, ਠੀਕ ਹੈ ਜੀ। ਜਦ ਹੁਣ ਇੱਥੇ ਸਾਡੇ ਨਾਲ ਧੱਕਾ ਹੋ ਰਿਹਾ ਔਰ ਸਾਨੂੰ ਕੌਨਸਟੀਟਿਊਸ਼ਨ ਜਿਹੜਾ ਹੈ ਇਹ ਹੱਕ ਦਿੰਦਾ ਹੈ, ਠੀਕ ਹੈ ਜੀ, ਫਰੀडम ਆਫ ਸਪੀਚ ਦਾ, ਤਾਂ ਅਸੀਂ ਬੋਲਾਂਗੇ। ਅਗਰ ਇਹ ਸਾਡੀ ਫਿਰ ਵੀ ਨਹੀਂ ਮੰਨਣਗੇ ਤਾਂ ਅਸੀਂ ਜਿੰਨੇ ਵੀ MLA ਹੈਗੇ ਆ ਜਾਂ MPs ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਘੇਰਾ ਪਾਵਾਂਗੇ ਤੇ ਉਹਨਾਂ ਤੋਂ ਜ਼ਬਰਦਸਤੀ ਅਸੀਂ ਰਿਜ਼ਾਈਨ ਦਵਾਵਾਂਗੇ। ਚਾਹੇ ਜਿੰਨੀਆਂ ਮਰਜ਼ੀ ਗਵਰਨਮੈਂਟਸ ਹੋਣ, ਸਾਨੂੰ ਗਰਾਣੀਆਂ ਪੈਣ, ਲੇਕਿਨ ਅਸੀਂ ਇਹ ਬਿੱਲ ਨਹੀਂ ਆਉਣ ਦਿੰਦੇ। ਬਿਲਕੁਲ। ਤਾਂ ਸਿੱਧੀ ਚੇਤਾਵਨੀ ਹੈ ਕਿ ਜੇਕਰ ਇਹ ਬਿੱਲ ਰੱਦ ਨਾ ਕੀਤਾ ਗਿਆ, ਆਰਡੀਨੈਂਸ ਰੱਦ ਨਾ ਕੀਤਾ ਗਿਆ, ਤਾਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਫਿਰ MLA ਨੇ ਜ਼ਬਰਦਸਤੀ ਉਹਨਾਂ ਤੋਂ ਅਸਤੀਫਾ ਵੀ ਦਵਾਇਆ ਜਾਵੇਗਾ। ਇੰਨਾ ਕੁ ਮਜਬੂਰ ਜਨਤਾ ਉਹਨਾਂ ਨੂੰ ਕਰੇਗੀ। ਪਰ ਗੱਲ ਇਹ ਹੈ ਕਿ ਹੁਣ ਆਰਡੀਨੈਂਸ ਰੱਦ ਕਰਵਾਉਣ ਦੇ ਨਾਲ ਹੀ ਇੱਕ ਸੰਘਰਸ਼ ਹੋਰ ਵਿੱਢਿਆ ਜਾਵੇ ਕਿ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਇਆ ਜਾਵੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਸ਼ੰਭੂ ਬੈਰੀਅਰ।